महाराज सच्चे पातशाह जी साहिब गुरु ग्रंथ साहिब जी गरीब निवाज सतगुरां जी दे दर घर दी फुलवाड़ी सोहनी ਉਹਦੇ ਵਿੱਚ ਖਿੜੇ ਹੋਏ ਅਮੋਲਕ ਸੋਹਣੀ ਸੁਗੰਧੀ ਦੇਣ ਵਾਲੇ ਗੁਰਮਤਿ ਦੀ ਸਿੱਖਿਆ ਦੇਣ ਵਾਲੇ ਗੁਰਮਤਿ ਤੇ ਚੱਲ ਕੇ ਸਾਨੂੰ ਸਿੱਖਿਆ ਸਿਖਾਉਣ ਵਾਲੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਰਹਿਮਤ ਸੰਸਾਰ ਵਿੱਚ ਗੁਰੂ ਨਾਨਕ ਦੇਵ ਜੀ ਦੀ ਪ੍ਰਗਟ ਕਰਨ ਵਾਲੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਸ਼ਾਂ ਦਾ ਆਪਾਂ ਸਾਰੇ ਬਰਸੀ ਦਾ ਦਿਹਾੜਾ ਵੀ ਮਨਾ ਰਹੇ ਹਾਂ। ਆਪ ਜੀ ਦਾ ਜਨਮ ਬਾਬਾ ਝੰਡਾ ਸਿੰਘ ਜੀ ਦੇ ਗ੍ਰਹਿ ਵਿਖੇ ਮਾਤਾ ਲਾਭ ਕੌਰ ਜੀ ਦੀ ਕੁੱਖ ਤੋਂ 1932 ਈਸਵੀ ਨੂੰ ਹੋਇਆ ਹੈ। ਬਚਪਨ ਤੋਂ ਹੀ ਆਪ ਜੀ ਦਾ ਸੁਭਾਅ ਬੈਰਾਗੀ ਤਿਆਗੀ ਸਿਮਰਨ ਭਗਤੀ ਵਾਲਾ ਹੈ। ਸ਼ੁਰੂ ਦੀ ਵਿੱਦਿਆ ਆਪ ਜੀ ਨੇ ਸਕੂਲ ਦੀ ਪਿੰਡ ਤੋਂ ਹੀ ਪੜ੍ਹੀ ਹੈ, ਫਿਰ ਮੈਟ੍ਰਿਕ ਖੇਮਕਰਨ ਤੋਂ ਪੜ੍ਹੀ। ਨਾਲ ਨਾਲ ਆਪ ਜੀ ਨੇ ਗੁਰਮਤਿ ਦੀ ਵਿੱਦਿਆ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬ੍ਰਹਮ ਵਿੱਦਿਆ ਇਹ ਸੰਥਿਆ ਜਿਹੜੀ ਹੈ ਗੁਰਬਾਣੀ ਦੀ ਬਾਬਾ ਬੱਗਾ ਸਿੰਘ ਜੀ ਬੜੇ ਸਿਮਰਨ ਭਜਨ ਵਾਲੇ ਸਨ, ਬਹੁਤ ਗੁਰਮੁਖ ਨਾਮ ਜਪਣ ਵਾਲੀ ਉਹ ਰੂਹ ਉਹਨਾਂ ਦੇ ਪਾਸੋਂ ਆਪ ਜੀ ਨੇ ਸੰਥਿਆ ਕੀਤੀ ਹੈ। ਤੇ ਲਗਭਗ 16 ਸਾਲ ਦੀ ਉਮਰ ਦੇ ਵਿੱਚ ਆਪ ਜੀ ਨੇ ਖੰਡੇ ਬਾਟੇ ਦੀ ਪਾਹਲ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਸ਼ਾਂ ਦੇ ਪਾਸੋਂ ਜਥੇ ਦੇ ਪਾਸੋਂ ਛਕਣਾ ਕੀਤੀ ਹੈ। ਸ਼ੁਰੂ ਤੋਂ ਹੀ ਸਿਮਰਨ ਭਜਨ ਵਾਲਾ ਆਪ ਜੀ ਦਾ ਸੁਭਾਅ ਸਦਾ ਹੀ ਤਤਪਰ ਨਾਮ ਰਸ ਪ੍ਰਾਪਤ ਕਰਨ ਵਾਲੇ। ਜਿੱਥੇ ਆਪ ਜੀ ਦਾ ਉੱਚਾ ਸੁੱਚਾ ਜੀਵਨ ਹੈ ਉੱਥੇ ਝਾਤ ਮਾਰੀਏ ਗੁਰੂ ਕੇ ਸਿੱਖੋ ਮਾਤਾ ਪਿਤਾ ਦਾ ਵੀ ਬਹੁਤ ਉੱਚਾ ਜੀਵਨ ਹੈ। ਬਾਬਾ ਝੰਡਾ ਸਿੰਘ ਜੀ ਬਹੁਤ ਸਿਮਰਨ ਭਜਨੀਕ ਸਤਿਗੁਰਾਂ ਦੀ ਰਹਿਤ ਮਰਿਆਦਾ ਦੇ ਵਿੱਚ ਪਰਪੱਕ ਰਹਿਣ ਵਾਲੇ। ਰਾਤ ਨੂੰ ਸਾਰੇ ਧੀਆਂ ਪੁੱਤਰਾਂ ਨੂੰ ਇਕੱਠੇ ਕਰਕੇ ਪਰਿਵਾਰ ਨੂੰ ਇਕੱਠੇ ਕਰਕੇ ਸਾਹਿਬਾਂ ਦਾ ਪਾਵਨ ਇਤਿਹਾਸ ਜਿਹੜਾ ਇੱਕ ਦੀ ਡਿਊਟੀ ਲਾਉਂਦੇ ਆ, ਜ਼ਿੰਮੇਵਾਰੀ ਲਾਉਂਦੇ ਆ ਕਿ ਬੱਚੇ ਨੂੰ ਕਹਿੰਦੇ ਤੂੰ ਪੜ੍ਹ ਕੇ ਸੁਣਾ। ਅਕਾਲੀ ਮੋਰਚਿਆਂ ਦੇ ਵਿੱਚ ਆਪ ਜੀ ਨੇ ਬਹੁਤ ਥਾਵਾਂ ਤੇ ਗ੍ਰਿਫਤਾਰੀ ਵੀ ਦਿੱਤੀ ਆ, ਬਹੁਤ ਜ਼ਿਆਦਾ ਪ੍ਰੀਤ ਕਰਦੇ ਨੇ। ਗੁਰਸਿੱਖੀ ਦੇ ਨਾਲ ਅਤਿਅੰਤ ਪਿਆਰ ਹੈ। ਗੁਰੂ ਸਾਹਿਬ ਜੀ ਦੇ ਸਿਧਾਂਤਾਂ ਨਾਲ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੋਈ ਮਰਿਆਦਾ ਦੇ ਨਾਲ ਬਹੁਤ ਜ਼ਿਆਦਾ ਮੋਹ ਹੈ। ਜਿਵੇਂ ਆਮ ਦੁਨੀਆ ਦਾ ਸੁਭਾਅ ਦੇਖੀਦਾ ਹੈ, ਕਿਤੇ ਸੁਣਿਆ ਕਿ ਫਲਾਣਾ ਜਿਹੜਾ ਸਾਧੂ ਹੈ ਬੜੀ ਕਿਰਪਾ ਵਾਲਾ, ਝੱਟ ਭੱਜ ਕੇ ਉੱਧਰ ਚਲੇ ਜਾਣਾ। ਬਾਬਾ ਝੰਡਾ ਸਿੰਘ ਜੀ ਦਾ ਐਸਾ ਸੁਭਾਅ ਨਹੀਂ ਸੀ। ਗੁਰਸਿੱਖੀ ਨਾਲ ਗੁਰਸਿੱਖਾਂ ਨਾਲ ਅਤਿਅੰਤ ਪਿਆਰ ਕਰਨ ਵਾਲੇ ਸਨ, ਬਹੁਤ ਪਿਆਰ ਕਰਨ ਵਾਲੇ ਸਨ। ਤੇ ਉਹਨਾਂ ਦੇ ਵੀ ਤੇ ਮਾਤਾ ਜੀ ਦਾ ਵੀ ਸਿਮਰਨ ਭਜਨ ਵਾਲਾ। ਗੁਰੂ ਕੇ ਸਿੱਖੋ ਜਿੰਨੇ ਚਿਰ ਮਾਤਾ ਪਿਤਾ ਦਾ ਜੀਵਨ, ਪਿਤਾ ਨਾਲੋਂ ਮਾਤਾ ਦਾ ਵੀ ਜੇ ਜੀਵਨ, ਜੇ ਬੀਬੀ ਦਾ ਵੀ ਜੀਵਨ ਉੱਚਾ ਹੋਵੇਗਾ, ਸਿਮਰਨ ਭਜਨ ਵਾਲਾ ਨਿਮਰਤਾ ਵਾਲਾ ਹੋਏਗਾ, ਫਿਰ ਐਸੇ ਧੀਆਂ ਪੁੱਤਰ ਹੋ ਸਕਦੇ ਨੇ। ਕਿਸੇ ਵੀ ਮਹਾਂਪੁਰਖ ਗੁਰਮੁਖ ਦਾ ਜੀਵਨ ਚੁੱਕ ਕੇ ਵੇਖ ਲਓ, ਮਾਂ ਦਾ ਬਹੁਤ ਹੀ ਜ਼ਿਆਦਾ ਸਿਮਰਨ ਭਜਨ ਬੰਦਗੀ ਵਾਲਾ ਸੁਭਾਅ ਹੋਏਗਾ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਦੀ ਮਾਤਾ ਜੀ ਦਾ ਦੇਖ ਲਈਏ, ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਦੀ ਮਾਤਾ ਸੰਤ ਸੁੰਦਰ ਸਿੰਘ ਜੀ, ਹੋਰ ਮਹਾਂਪੁਰਖਾਂ ਦੇ ਜੀਵਨ ਪੜ੍ਹੀਏ, ਕਿਉਂਕਿ ਮਾਂ ਦੀ ਕੁੱਖ ਦੇ ਵਿੱਚ 6 ਮਹੀਨੇ ਸਰੀਰ ਦੀ ਬਣਤਰ ਹੋਣੀ ਹੈ। ਫਿਰ ਜਦੋਂ ਰੂਹ ਨੇ ਪ੍ਰਵੇਸ਼ ਕਰਨਾ ਹੈ ਸਰੀਰ ਦੇ ਵਿੱਚ, ਮਾਂ ਦੀਆਂ ਵਾਸ਼ਨਾਵਾਂ, ਮਾਂ ਜੋ ਦੇਖਦੀ ਹੈ, ਜੋ ਸੁਣਦੀ ਹੈ, ਜੋ ਬੋਲਦੀ ਹੈ, ਉਹ ਬੱਚੇ 'ਤੇ ਅਸਰ ਹੋਣਾ ਹੈ। ਬਾਬਾ ਫਰੀਦ ਸਾਹਿਬ ਜੀ ਵੀ ਕਹਿੰਦੇ ਨੇ ਗੰਢਿੰਦਿਆਂ 6 ਮਹੀਨਿਆਂ ਸਰੀਰ ਨੂੰ ਗੰਢਦਿਆਂ ਬਣਦਿਆਂ ਬਣ ਜਾਂਦੇ ਆ। 6 ਮਹੀਨਿਆਂ ਤੋਂ ਬਾਅਦ ਸਰੀਰ ਦੇ ਵਿੱਚ ਰੂਹ ਪ੍ਰਵੇਸ਼ ਕਰਦੀ। ਮਾਤਾ ਦਾ ਜੀਵਨ ਬਹੁਤ ਉੱਚਾ ਚਾਹੀਦਾ। ਇਸੇ ਵਾਸਤੇ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਜਦੋਂ ਧੰਨ ਕਿਹਾ, ਪਹਿਲਾਂ ਮਾਂ ਦਾ ਨਾਂ ਲਿਆ। 3 ਧੰਨ ਜਣੇਂਦੀ ਮਾਓ ਆਏ ਸਫਲ ਸੇ। ਤੇ ਜਿਨ੍ਹਾਂ ਦੇ ਬੱਚੇ ਨਾਮ ਨਹੀਂ ਜਪਦੇ ਉੱਥੇ ਮਾਂ ਨੂੰ ਉਲਾਮਾ ਵੀ ਦਿੱਤਾ ਗਿਆ, ਪਿਤਾ ਨੂੰ ਉਲਾਮਾ ਨਹੀਂ ਦਿੱਤਾ। ਬੰਦੇ ਨੂੰ ਉਲਾਮਾ ਤਾਂ ਦਿੱਤਾ ਜੇ ਮਾਂ ਪਿਓ ਭੈਣ ਭਰਾਵਾਂ ਦੇ ਨਾਲ ਅਤ ਮੋਹ ਕਰਕੇ ਤੇ ਬੇਈਮਾਨੀ ਠੱਗੀ ਠੋਰੀ ਕਰਦਾ। ਜਿੱਥੇ ਪਰਿਵਾਰ ਦੇ ਵਾਸਤੇ ਬੇਈਮਾਨੀ ਠੱਗੀ ਠੋਰੀ ਕਰਕੇ ਧਨ ਇਕੱਠਾ ਕਰਦਾ ਹੈ, ਪਰਿਵਾਰ ਨਾਲ ਬਹੁਤਾ ਮੋਹ ਕਰਦਾ ਹੈ। ਆਪ ਜੀ ਪੜ੍ਹੋ ਬਾਣੀ ਨੂੰ, ਬਾਰ-ਬਾਰ ਸਤਿਗੁਰੂ ਸਾਹਿਬ ਜੀ ਨੇ ਬੰਦੇ ਨੂੰ ਕਿਹਾ ਤੂੰ ਘਰ ਵਾਲੀ ਨਾਲ ਇੰਨਾ ਮੋਹ ਕਿਉਂ ਕਰਦਾ ਹੈ, ਬੱਚਿਆਂ ਨਾਲ ਇੰਨਾ ਮੋਹ ਕਿਉਂ ਕਰਦਾ ਹੈ? ਕਿਤੇ ਨਹੀਂ ਕਿਹਾ। ਬੀਬੀ ਨੂੰ ਕਿਤੇ ਵੀ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਇਸ ਗੱਲੋਂ ਝਿੜਕਿਆ ਨਹੀਂ ਕਿ ਤੂੰ ਆਪਣੇ ਪਤੀ ਨੂੰ ਪਿਆਰ ਕਿਉਂ ਕਰਦੀ, ਇੰਨਾ ਮੋਹ ਕਿਉਂ ਕਰਦੀ, ਬਲਕਿ ਸਾਨੂੰ ਐਗਜ਼ਾਮਪਲ ਦਿੱਤੇ ਆ ਵਾਹਿਗੁਰੂ ਨਾਲ ਪ੍ਰੀਤ ਕਰਨ ਵਾਸਤੇ। ਪਤੀ ਵਰਤਾ ਬੀਬੀਆਂ ਜਿਹੜੀਆਂ ਆਪਣੇ ਪਤੀ ਨਾਲ ਅਤਿਅੰਤ ਮੋਹ ਕਰਦੀਆਂ, ਪਿਆਰ ਕਰਦੀਆਂ, ਉਹਨਾਂ ਦੇ ਦ੍ਰਿਸ਼ਟਾਂਤ ਦਿੱਤੇ ਆ
ਜਿਵੇਂ ਇੱਕ ਪਤੀਵਰਤਾ ਬੀਬੀ ਆਪਣੇ ਭਰਤਾ ਨਾਲ, ਪਤੀ ਨਾਲ ਪਿਆਰ ਕਰਦੀ ਹੈ, ਤੂੰ ਵੀ ਇਸ ਤਰ੍ਹਾਂ ਵਾਹਿਗੁਰੂ ਨਾਲ ਕਰ। ਪਰ ਜਿੱਥੇ ਬੰਦੇ ਦੀ ਗੱਲ ਆਉਂਦੀ ਹੈ, ਮਰਦ ਦੀ, ਉੱਥੇ ਬਾਰ-ਬਾਰ ਝਿੜਕਿਆ ਹੈ। ਇਹ ਮੇਰਾ ਅੱਜ ਦਾ ਸਬਜੈਕਟ ਨਹੀਂ, ਵਿਸ਼ਾ ਨਹੀਂ ਹੈ। ਮਾਤਾ ਜੀ ਦਾ ਬਹੁਤ ਜੀਵਨ ਉੱਚਾ ਹੋਣਾ ਚਾਹੀਦਾ। ਤੇ ਜੇ ਬੱਚਾ ਨਾਮ ਨਹੀਂ ਜਪਦਾ, ਤੇ ਮਹਾਰਾਜ ਜੀ ਨੇ, ਗੁਰੂ ਗ੍ਰੰਥ ਸਾਹਿਬ ਜੀ ਨੇ ਕਹਿ ਦਿੱਤਾ, ਜਿਹ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਪਈ ਮਹਤਾਰੀ। ਉਹ ਮਾਂ ਵਿਧਵਾ ਕਿਉਂ ਨਹੀਂ ਹੋ ਗਈ? ਜਿਹੜੀ ਕੁਲ ਦੇ ਵਿੱਚ ਪੁੱਤਰ ਗਿਆਨਮਾਨ ਨਹੀਂ। ਗਿਆਨਮਾਨ ਦਾ ਭਾਵ ਕੱਲਾ ਗੁਰੂ ਕੇ ਸਿੱਖੋ ਕਥਾ ਕਰਨਾ ਨਹੀਂ ਹੈ। ਗਿਆਨਮਾਨ ਦਾ ਭਾਵ ਹੈ ਇਹ ਜਨਮ ਮਨੁੱਖਾ ਸਿਮਰਨ ਭਜਨ ਵਾਸਤੇ ਮਿਲਿਆ। ਬੇਈਮਾਨੀ, ਠੱਗੀ, ਠੋਰੀ, ਛਲ, ਕਪਟ, ਧੋਖਾ ਫਰੇਬ ਕਰਕੇ ਪਰਿਵਾਰ ਨਹੀਂ ਪਾਲਣਾ। ਧਰਮ ਦੀ ਕਿਰਤ ਕਰਨੀ ਹੈ, ਵਾਹਿਗੁਰੂ ਦਾ ਨਾਮ ਜਪਣਾ ਹੈ, ਸੰਸਾਰ ਵਿੱਚ ਸਦੀਵੀ ਨਹੀਂ ਰਹਿਣਾ। ਇਹ ਗਿਆਨ ਹੈ। ਇਸ ਗਿਆਨ ਨੂੰ ਜਿਹੜਾ ਹਿਰਦੇ 'ਚ ਟਿਕਾ ਕੇ ਸੰਸਾਰ ਵਿੱਚ ਨਹੀਂ ਜਿਉਂਦਾ, ਉੱਚਾ ਸੁੱਚਾ ਜੀਵਨ ਨਹੀਂ ਰੱਖਦਾ, ਸਿਮਰਨ ਭਜਨ ਨਹੀਂ ਕਰਦਾ, ਕਿਸੇ ਵੀ ਕਿਰਤ ਨੂੰ ਭਾਵੇਂ ਕਰਦਾ, ਆਪਣਾ ਜੀਵਨ ਉੱਚਾ ਸੁੱਚਾ ਨਹੀਂ, ਧਰਮ ਦੀ ਕਿਰਤ ਨਹੀਂ ਕਰਦਾ, ਉਸ ਨੂੰ ਉਲਾਮਾ ਦਿੱਤਾ। ਹੁਣ ਮਾਤਾ ਪਿਤਾ ਬਹੁਤ ਚੰਗੇ ਨੇ, ਪਰ ਬੱਚਾ ਗਲਤ ਰਾਹ 'ਤੇ ਪੈ ਗਿਆ ਵੱਡਾ ਹੋ ਕੇ, ਉੱਥੇ ਉਲਾਮਾ ਦੇ ਦਿੱਤਾ। ਇਹ ਮੈਂ ਨਾਲ ਤਾਂ ਗੱਲ ਇਹ ਸਪਸ਼ਟ ਕਰਨ ਲੱਗਾ ਕਿਉਂਕਿ ਅੱਜ ਕੱਲ੍ਹ ਦੇ ਪ੍ਰਚਾਰਕ ਬਹੁਤ ਕੁਛ ਬੋਲਦੇ ਹੈ। ਨਾਲ ਹੀ ਅਗਲੀ ਪੰਕਤੀ ਪੜ੍ਹੋ। ਉਹ ਇੱਥੋਂ ਤੱਕ ਲੰਘ ਜਾਂਦੇ ਆ ਕਈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਦਾ ਸੰਗਤ ਦਾ ਭੈ ਨਹੀਂ ਰੱਖਦੇ। ਉਹ ਕਹਿ ਦਿੰਦੇ ਜੇ ਮਾਂ ਦਾ ਕਸੂਰ ਹੈ ਤੇ ਫਿਰ ਬੀਬੀ ਭਾਨੀ ਦਾ ਕਸੂਰ ਗਣੀਏ, ਪ੍ਰਿਥੀ ਚੰਦ ਜੀ ਇੰਨੇ ਗਲਤ ਹੋਏ? ਨਹੀਂ, ਨਾਲ ਹੀ ਸ਼ਬਦ ਪੜੋ ਨਾ ਪੂਰਾ। ਅੱਗੇ ਕੀ ਕਹਿੰਦੇ ਆ? ਜਿਹ ਨਰ ਰਾਮ ਭਗਤ ਨਹਿ ਸਾਦੀ, ਜਨਮਤ ਕਸ ਨਾ ਮੂਹੋ ਅਪਰਾਧੀ। ਓਏ ਪਾਪੀਆ, ਤੇਰੇ ਮਾਤਾ ਪਿਤਾ ਨੇ ਭਜਨ ਬੰਦਗੀ ਵਾਲੇ, ਨਾਮ ਜਪਣ ਵਾਲੇ, ਵਾਹਿਗੁਰੂ ਦੇ ਭੈ ਵਾਲੇ। ਜੇ ਤੂੰ ਨਾਮ ਨਹੀਂ ਜਪਦਾ, ਤੇਰਾ ਚੰਗਾ ਜੀਵਨ ਨਹੀਂ, ਤਾਂ ਜੰਮਦਾ ਕਿਉਂ ਨਹੀਂ ਮਰ ਗਿਆ? ਮਾਤਾ ਪਿਤਾ ਨੂੰ ਉਲਾਮਾ, ਧਰਮ ਨੂੰ ਉਲਾਮਾ, ਆਪਣਾ ਜੀਵਨ ਵੀ ਕਲੰਕੀ ਬਣਾ ਲਿਆ। ਇਹਨੂੰ ਚੰਗਾ ਹੀ ਤੂੰ ਜੰਮਦਾ ਹੀ ਮਰ ਜਾਂਦਾ। ਇਸ ਵਾਸਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਪੂਰਨ ਉਪਦੇਸ਼ ਬਖਸ਼ਿਸ਼ ਕਰਦੇ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ, ਉਹਨਾਂ ਦੀ ਮਾਤਾ ਲਾਭ ਕੌਰ ਜੀ ਵਾਸਤੇ ਪੰਕਤੀਆਂ ਨੇ। ਸੋ ਕਿਉ ਮੰਦਾ ਆਖੀ ਹੈ ਜਿਤ ਜੰਮੈ ਰਾਜਾਨ। ਜਿਹੜੇ ਰਾਜ ਪ੍ਰਕਾਸ਼ ਸਰੂਪ ਗੁਰਮੁਖਾਂ ਮਹਾਂਪੁਰਖਾਂ ਨੂੰ, ਰਾਜੇ ਮਹਾਰਾਜਿਆਂ ਨੂੰ ਜਨਮ ਦਿੰਦੇ, ਗੁਰੂ ਪੀਰਾਂ ਨੂੰ, ਉਹਨਾਂ ਨੂੰ ਮੰਦਾ ਕਿਉਂ ਕਹੀਏ? ਜਿਹੜੀ ਕਹਿੰਦੀ ਹੈ ਕਿ ਤੇਰੇ ਧਰਮ ਦੀ ਕਿਰਤ ਨਾਲ ਮੇਰਾ ਘਰ ਦਾ ਖਰਚ ਨਹੀਂ ਚੱਲਦਾ, ਮੈਂ ਮਾਫੀ ਮੰਗ ਕੇ ਭੈਣਾਂ ਨੂੰ ਕਹਿੰਦਾ, ਉਹਨਾਂ ਵਾਸਤੇ ਪਾਵਨ ਪੰਕਤੀਆਂ ਨਹੀਂ ਹਨ। ਉਹਨਾਂ ਵਾਸਤੇ ਮਲਾਰ ਰਾਗ ਵਿੱਚ ਹੀ ਧੰਨ ਗੁਰੂ ਨਾਨਕ ਦੇਵ ਜੀ ਦਾ ਹੀ ਉਪਦੇਸ਼ ਹੈ। ਰੰਨਾਂ ਹੋਈਆਂ ਬੋਧੀਆਂ ਪੁਰਸ਼ ਹੋਏ ਸਯਾਦ, ਸੀਲ ਸੰਜਮ ਸੁੱਚ ਭੰਨੀ ਖਾਣਾ ਖਾਜ ਆਹਾਜ। ਸ਼ਰਮ ਗਿਆ ਘਰ ਆਪਣੇ ਪਤ ਉੱਠ ਚੱਲੀ ਨਾਲ, ਨਾਨਕ ਸੱਚਾ ਏਕ ਹੈ ਅਵਰ ਨਾ ਸੱਚਾ ਪਾਲ। ਬੀਬੀਆਂ ਗਿਆਨਣਾ ਬਣ ਗਈਆਂ। ਤੇਰੀ ਕਮਾਈ ਨਾਲ ਮੇਰਾ ਸੁਰਖੀ ਪਾਊਡਰ ਐਰਾ ਵਗੈਰਾ ਕੁਛ ਨਹੀਂ, ਬਿਊਟੀ ਪਾਰਲਰ ਦਾ ਖਰਚ ਪੂਰਾ ਹੁੰਦਾ। ਤੇਰੀ ਕਮਾਈ ਨਾਲ ਮੇਰੇ ਤੇ ਸੂਟ ਨਹੀਂ ਆਉਂਦੇ ਵਧੀਆ, ਨਾ ਬੱਚਿਆਂ ਦੀਆਂ ਫੀਸਾਂ, ਕੁਛ ਵੀ ਨਹੀਂ। ਜਿਹੜੀ ਦਿਨ ਰਾਤ ਇਸ ਗੱਲ ਨੂੰ ਲੈ ਕੇ ਕਲੇਸ਼ ਕਰਦੀ ਹੈ, ਮੇਰੀ ਬੇਇੱਜ਼ਤੀ ਹੈ ਰਿਸ਼ਤੇਦਾਰਾਂ ਸੰਬੰਧੀਆਂ ਦੇ ਵਿੱਚ, ਮੇਰੇ ਵੱਲੋਂ ਬੰਦੇ ਮਾਰ, ਸਮੈਕ ਵੇਚ, ਜੋ ਮਰਜ਼ੀ ਕਰ, ਪੈਸੇ ਲੈ ਕੇ ਆ, ਉਹਨਾਂ ਵਾਸਤੇ ਬਚਨ ਨਹੀਂ ਸੋ ਕਿਉਂ ਮੰਦਾ ਆਖੀਏ। ਉਹਨਾਂ ਵਾਸਤੇ ਰੰਨਾਂ ਹੋਈਆਂ ਬੋਧੀਆਂ ਪੁਰਸ਼ ਹੋਏ ਸਯਾਦ। ਜਨਾਨੀਆਂ ਗਿਆਨਣਾ ਬਣ ਗਈਆਂ, ਬੰਦੇ ਸ਼ਿਕਾਰੀ ਬਣ ਗਏ। ਹੁਣ ਸ਼ਿਕਾਰ ਕਿੱਥੋਂ ਲੱਭੇ? ਕਿੱਥੋਂ ਮਾਰ ਕੇ ਲਿਆਈਏ? ਕਿੱਥੋਂ ਪੈਸੇ ਲਿਆਵਾਂ? ਕੀ ਕਰਾਂ? ਕਿਵੇਂ ਖੁਸ਼ ਕਰਾਂ ਇਹਨਾਂ ਨੂੰ? ਉਹਨਾਂ ਵਾਸਤੇ ਹੈ। ਮਾਤਾ ਲਾਭ ਕੌਰ ਜੀ ਵਾਸਤੇ ਹੈ ਆਸਾ ਰਾਗ ਜੀ ਦੇ ਬਚਨ। ਆਸਾ ਜੀ ਦੀ ਵਾਰ ਦੇ ਵਿੱਚ ਜੋ ਨੇ, ਜਿਹੜੀਆਂ ਗੁਰੂ ਨਾਲ ਪ੍ਰੀਤ ਨਹੀਂ ਕਰਦੀਆਂ, ਪਤੀਆਂ ਨੂੰ ਕਲੇਸ਼ ਪਾ ਕੇ ਪੁੱਠੇ ਰਾਹ 'ਤੇ ਪਾ ਦਿੰਦੀਆਂ, ਉਹਨਾਂ ਵਾਸਤੇ ਮਲਾਰ ਰਾਗ ਦਾ ਬਚਨ ਹੈ। ਜਿਹੜੇ ਬੰਦੇ ਜਾਣ ਬੁੱਝ ਕੇ ਧੀਆਂ ਭੈਣਾਂ ਨੂੰ ਤੰਗ ਕਰਦੇ ਨੇ, ਬਾਣੀ ਨਹੀਂ ਪੜ੍ਹਨ ਦਿੰਦੇ, ਸਿਮਰਨ ਭਜਨ ਨਹੀਂ ਕਰਨ ਦਿੰਦੇ, ਉਹਨਾਂ ਨੂੰ ਮਨਮੁਖ ਤੇ ਸਖਤ ਕਿਹਾ ਹੈ। ਉਹਨਾਂ ਨੂੰ ਸੂਰ ਨਾਲੋਂ ਵੀ ਮਾੜਾ ਕਿਹਾ ਹੈ। ਸੋ ਐਸੇ ਉੱਚੇ ਸੁੱਚੇ ਜੀਵਨ ਵਾਲੇ, ਹਰ ਟਾਈਮ ਨਾਮ ਸਿਮਰਨ ਵਿੱਚ ਰਹਿਣ ਵਾਲੇ, ਹਰ ਟਾਈਮ ਪਰਮਾਤਮਾ ਦੀ ਭੈ ਭਾਵਨੀ ਤੇ ਗੁਰਮਰਿਆਦਾ ਵਿੱਚ ਪ੍ਰਪੱਕ ਬਾਬਾ ਲਾਭ ਸਿੰਘ ਜੀ, ਮਾਤਾ ਸਤਿਕਾਰਯੋਗ ਬਾਬਾ ਝੰਡਾ ਸਿੰਘ ਜੀ, ਮਾਤਾ ਲਾਭ ਕੌਰ ਜੀ ਦੇ ਗ੍ਰਹਿ ਆਪ ਜੀ ਦਾ ਜਨਮ ਹੈ। ਇੱਧਰੋਂ ਵੀ ਸੰਸਕਾਰ ਮਿਲੇ ਹੈ। ਫਿਰ ਬਾਬਾ ਬੱਗਾ ਸਿੰਘ ਜੀ ਜਿਹੜੇ ਗ੍ਰੰਥੀ ਸਿੰਘ ਨੇ, ਬਹੁਤ ਗੁਰਮੁਖ ਹੈ, ਉਹਨਾਂ ਤੋਂ ਸੰਸਕਾਰ ਮਿਲੇ ਹੈ। ਫਿਰ ਗਾਂ ਸੰਜੋਗ ਦਮਦਮੀ ਟਕਸਾਲ ਦੇ 12ਵੇਂ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਨਾਲ ਹੁੰਦਾ। ਕੈਸਾ ਜੀਵਨ ਪ੍ਰਪੱਕ ਹੈ।
एक पंडित आया है विद्वान काशी का, हिंदू मत का बहुत विद्वान है, प्रकंड, गुरमत बारे गलत बोलता है। महापुरखा ने उन्होंने चैलेंज किया, मेरे नाल बहस कर ला भावें। ਉਹਦੇ ਨਾਲ ਗੱਲਬਾਤ ਕਰਨ ਤੋਂ ਪਹਿਲਾਂ 25 ਪਾਠ ਚੌਪਈ ਸਾਹਿਬ ਜੀ ਦੇ ਕੀਤੇ। 25 ਪਾਠ ਚੌਪਈ ਸਾਹਿਬ ਜੀ ਦੇ ਕਰਕੇ ਅਰਦਾਸ ਕੀਤੀ ਸਤਿਗੁਰਾਂ ਦੇ ਚਰਨਾਂ 'ਚ। ਤੇ ਜਦੋਂ ਉਹਦੇ ਨਾਲ ਫਿਰ ਗੱਲਬਾਤ ਕੀਤੀ ਤੇ ਉਹਨੇ ਹੱਥ ਜੋੜ ਕੇ ਹਾਰ ਮੰਨ ਕੇ ਤੇ ਮੁਆਫੀ ਮੰਗੀ ਕਿ ਮੈਨੂੰ ਪਤਾ ਨਹੀਂ, ਮੈਂ ਗੁਰਮਤ ਬਾਰੇ ਗਲਤ ਬੋਲਦਾ ਹਾਂ, ਮੈਨੂੰ ਮੁਆਫੀ ਦੇ ਦਿਓ। ਫਿਰ ਆਪ ਜੀ ਖੇਮਕਰਨ ਮਿਡਲ ਸਕੂਲ ਸਾਰਾ ਪੜ੍ਹਿਆ। ਉਸ ਤੋਂ ਬਾਅਦ ਆਪ ਜੀ ਨੇ ਖਾਲਸਾ ਕਾਲਜ ਦੇ ਵਿੱਚ ਪੜ੍ਹਾਈ ਕੀਤੀ ਹੈ। ਰੋਜ਼ ਸ੍ਰੀ ਹਰਮੰਦਰ ਸਾਹਿਬ ਜੀ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪਹੁੰਚਦੇ ਆ ਤੁਰ ਕੇ। 25 ਪਾਠ ਸ੍ਰੀ ਜਪਜੀ ਸਾਹਿਬ ਜੀ ਤੇ 5 ਗ੍ਰੰਥੀ ਦਾ ਨਿਤਨੇਮ ਆਉਂਦੇ ਜਾਂਦੇ ਕਰਦੇ ਆ। 2.5 ਘੰਟੇ ਬੈਠ ਕੇ ਕੀਰਤਨ ਸੁਣਦੇ ਆ। 2.5 ਘੰਟੇ ਬੈਠ ਕੇ ਕੀਰਤਨ ਸੁਣਨਾ, ਆਉਂਦੇ ਜਾਂਦੇ ਰਸਤੇ ਦੇ ਵਿੱਚ ਬਾਣੀ ਪੜ੍ਹਦੇ ਰਹਿਣਾ, ਕਿਸੇ ਨਾਲ ਠੱਠਾ ਮਜ਼ਾਕ ਨਹੀਂ, ਕੋਈ ਕੁਛ ਨਹੀਂ, ਸਦਾ ਨਾਮ ਬਾਣੀ ਦੇ ਵਿੱਚ ਲੀਨ। ਬਾਰ-ਬਾਰ ਗੁਰਮੁਖਾਂ ਨੂੰ ਬੇਨਤੀ ਕਰਕੇ ਆਪਣੇ ਨਗਰ ਭੂਰੇ ਕੋਨੇ ਦੇ ਵਿੱਚ 13 ਵਰ੍ਹੀਆਂ ਆਪ ਜੀ ਨੇ ਗੁਰਮਤਿ ਪ੍ਰਚਾਰ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਦੇ ਪਾਸੋਂ ਕਰਵਾਇਆ ਹੈ। ਫਿਰ ਆਪ ਜੀ ਨੇ ਕੁਝ ਸਮਾਂ ਮੁਕਤਸਰ ਸਾਹਿਬ ਜੀ ਦੇ ਇਲਾਕੇ ਦੇ ਵਿੱਚ ਪਟਵਾਰੀ ਦੀ ਨੌਕਰੀ ਵੀ ਕੀਤੀ ਹੈ। ਉਹਨਾਂ ਦਿਨਾਂ ਵਿੱਚ ਪਟਵਾਰੀ ਬਣ ਜਾਣਾ ਬਹੁਤ ਵੱਡੀ ਗੱਲ ਸੀ। ਐਫਏ ਦੀ ਪੜ੍ਹਾਈ ਕਰਨ ਤੋਂ ਬਾਅਦ ਪਟਵਾਰੀ ਦੀ ਨੌਕਰੀ ਕੀਤੀ ਹੈ ਲਗਭਗ 6 ਮਹੀਨੇ। ਚਿੱਤ ਨਹੀਂ ਲੱਗਾ। ਇਹਨਾਂ ਦੇ ਭੂਆ ਜੀ ਦੇ ਪੁੱਤਰ ਸਨ ਭਗਤ ਉਜਾਗਰ ਸਿੰਘ ਜੀ, ਬੜੇ ਗੁਰਮੁਖ ਸਨ। ਉਹਨਾਂ ਨੂੰ ਬੇਨਤੀ ਕਰਕੇ ਆਪ ਜੀ ਪਿੰਡਰ ਕਲਾਂ ਦੇ ਵਿੱਚ ਮਹਾਂਪੁਰਖਾਂ ਦੀ ਬਰਸੀ, ਬਾਬਾ ਖਜਾਨ ਸਿੰਘ ਜੀ ਸੰਤ ਗਿਆਨੀ ਸੁੰਦਰ ਸਿੰਘ ਖਾਲਸਾ ਜੀ ਦੇ ਪਿਤਾ ਜੀ ਦੀ ਬਰਸੀ, ਜੇ ਮੈਂ ਭੁੱਲਦਾ ਨਾ ਹੋਵਾਂ ਤੇ 26-27 ਭਾਦਰੋਂ ਨੂੰ ਇਹ ਹੁੰਦੀ ਹੈ। 1957 ਨੂੰ ਆਪ ਜੀ ਨੇ ਜਥੇ ਵਿੱਚ ਪੱਕੇ ਰਹਿਣ ਵਾਸਤੇ ਬੇਨਤੀ ਕੀਤੀ ਹੈ, ਕਿਰਪਾ ਕਰੋ ਮੈਨੂੰ ਜਥੇ ਵਿੱਚ ਰੱਖ ਲਓ। ਉਹਨਾਂ ਨੇ ਵੀ ਸਿਫਾਰਿਸ਼ ਕੀਤੀ, ਭਗਤ ਉਜਾਗਰ ਸਿੰਘ ਜੀ ਉਹਨਾਂ ਨੇ, ਤੇ ਆਪ ਜੀ ਜਥੇ ਵਿੱਚ ਭਰਤੀ ਹੋਏ। ਇਸ ਤੋਂ ਪਹਿਲਾਂ ਲਗਭਗ 7-8 ਸਾਲ ਪਹਿਲਾਂ ਆਪ ਜੀ ਦਾ ਸਤਿਕਾਰਯੋਗ ਮਾਤਾ ਨਿਰੰਜਨ ਕੌਰ ਜੀ, ਜਿਨ੍ਹਾਂ ਦਾ ਨਾਮ, ਉਹਨਾਂ ਦੇ ਨਾਲ ਆਪ ਜੀ ਦਾ 1950 ਦੇ ਵਿੱਚ 1950 ਵਿੱਚ ਆਨੰਦ ਕਾਰਜ ਹੋਇਆ ਹੈ। 2 ਆਪ ਜੀ ਦੇ ਸੁਪੁੱਤਰ ਨੇ, ਇੱਕ ਭਾਈ ਹਰਭਜਨ ਸਿੰਘ ਜੀ, ਇੱਕ ਭਾਈ ਮਨਜੀਤ ਸਿੰਘ ਜੀ। ਭਾਈ ਹਰਭਜਨ ਸਿੰਘ ਜੀ ਜਿਨ੍ਹਾਂ ਨੂੰ ਸਾਰਾ ਸੰਸਾਰ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਕਰਕੇ ਜਾਣਦਾ ਹੈ। ਇਹਨਾਂ ਦੇ ਨਾਂ 'ਤੇ ਮਹਾਂਪੁਰਖਾਂ ਨੇ ਜਥੇ ਵਿੱਚ ਜਦੋਂ ਹੁੰਦੇ ਸੀ ਚਿੱਠੀਆਂ ਵੀ ਲਿਖੀਆਂ, ਜਦੋਂ ਇਹ ਖਾਲਸਾ ਕਾਰਜ ਪੜ੍ਹਦੇ ਹੁੰਦੇ ਸੀ ਕਿ ਇਸ ਤਰ੍ਹਾਂ ਰਹਿਤ ਮਰਿਆਦਾ ਵਿੱਚ ਪ੍ਰਪੱਕ ਰਹਿਣਾ, ਕਵਿਤਾ ਵਿੱਚ ਲਿਖੀ ਹੈ, ਉਹਦੇ ਉੱਤੇ ਭਾਈ ਹਰਭਜਨ ਸਿੰਘ ਹੀ ਲਿਖਦੇ ਆ। ਕਿਸ ਤਰ੍ਹਾਂ ਹੋਇਆ ਇਸ ਗੱਲ ਦੀ ਮੈਨੂੰ ਪੂਰੀ ਜਾਣਕਾਰੀ ਨਹੀਂ, ਉਸ ਗੱਲ ਦੀ ਮੈਂ ਮਾਫੀ ਮੰਗਦਾ। ਆਪ ਜੀ ਦਾ ਨਾਮ ਬਾਅਦ ਵਿੱਚ ਭਾਈ ਅਮਰੀਕ ਸਿੰਘ ਜੀ ਰੱਖਿਆ ਗਿਆ, ਜੋ ਸਾਰੀ ਦੁਨੀਆ ਵਿੱਚ ਅੱਜ ਮਸ਼ਹੂਰ ਹੈ। ਇਹ 2 ਆਪ ਜੀ ਦੇ ਸੁਪੁੱਤਰ ਸਨ। 57 ਦੇ ਵਿੱਚ ਆਪ ਜੀ ਜਥੇ ਵਿੱਚ ਪੱਕੇ ਭਰਤੀ ਹੋਏ। ਸਦਾ ਨਾਮ ਰਸ ਵਿੱਚ ਲੀਨ ਰਹਿਣਾ, ਮਹਾਂਪੁਰਖਾਂ ਦੀ ਸੇਵਾ ਕਰਨੀ, ਇੰਨੀ ਕਠਿਨ ਸੇਵਾ ਜਿਨ੍ਹਾਂ ਨੇ ਦੇਖਿਆ ਹੈ ਉਹ ਕਹਿੰਦੇ ਸੇਵਾ ਜਿਹੜੀ ਉਹਨਾਂ ਨੇ ਕੀਤੀ ਹੈ, ਕਿਉਂਕਿ ਇੱਕ ਪਾਸਾ ਅਧਰੰਗ ਦੇ ਨਾਲ ਇਹ ਸਾਰਾ ਖਲੋ ਗਿਆ ਸੀ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਦਾ। ਇਹ ਕੋਈ ਕਰਮ ਕਿਰਿਆ ਕਰਕੇ ਨਹੀਂ ਸੀ ਕਿ ਕੋਈ ਦੋਸ਼ ਹੀ ਉਹਦੇ ਕਰਕੇ। ਇੱਕ ਸਿੰਘ ਬੜਾ ਗੁਰਮੁਖ ਸੀ, ਬਾਣੀ ਪੜ੍ਹਨ ਵਾਲਾ, ਸਿਮਰਨ ਭਜਨ ਵਾਲਾ ਸੀ। ਉਹਦੇ ਸਰੀਰ ਦੇ ਉੱਤੇ ਬਿਮਾਰੀ ਸੀ, ਸਾਹ ਦਾ ਵੀ ਦੌਰਾ ਉਹਨੂੰ ਬੜਾ ਸੀ। ਤੇ ਮਹਾਂਪੁਰਖਾਂ ਗੁਰਮੁਖਾਂ ਨੇ ਕਿਹਾ ਕਿ 25 ਪਾਠ ਜਿਸ ਤਰ੍ਹਾਂ ਆਪਣੇ ਥੋੜ੍ਹੇ ਦਿਨ ਹੋਏ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਯਾਦ ਦੇ ਵਿੱਚ ਜੋ ਗੁਰਦੁਆਰਾ ਸਾਹਿਬ ਉੱਥੇ ਅਖੰਡ ਪਾਠ ਸਾਹਿਬ ਹੋਇਆ, ਪਰ ਮਰਿਆਦਾ ਇਹ ਹੈ ਕਿ 25 ਸਿੰਘ ਤਿਆਰ ਬਰ ਤਿਆਰ ਜੋ 5 ਪਿਆਰਿਆਂ 'ਚ ਲੱਗਣ ਵਾਲੇ ਹੋਣ, ਜਿਹੜੇ ਸਵੇਰ ਸ਼ਾਮ ਦਾ ਕਦੀ ਨਿਤਨੇਮ ਵਿੱਚ ਨਾਗਾ ਨਾ ਪਾਉਂਦੇ ਹੋਣ। ਤੇ ਜਦੋਂ ਅਖੰਡ ਪਾਠ ਸਾਹਿਬ ਕਰਨਾ ਹੈ ਤੇ ਫਿਰ ਹੋਰ ਕੋਈ ਗੱਲ ਨਹੀਂ ਕਰਨੀ। ਜਦੋਂ ਪੈਰੇ ਦੇ ਉੱਤੇ ਹੈ ਵਾਹਿਗੁਰੂ ਮੰਤਰ ਦਾ ਜਾਪ, ਕੋਈ ਮੂਲ ਮੰਤਰ ਦਾ ਜਾਪ, ਜਿਹੜੇ ਰੌਲ ਲਾਉਣ ਡਏ ਨੇ ਅਖੰਡ ਪਾਠ ਸਾਹਿਬ ਜਪਜੀ ਸਾਹਿਬ ਤੇ ਉਹਨਾਂ ਪੜ੍ਹਨਾ ਹੀ ਹੈ। ਤੇ ਬਾਕੀ ਜਿਹੜੇ 3 ਸਿੰਘ ਹੈ ਪਹਿਰੇਦਾਰ, ਲਾਂਗਰੀ, ਤੇ ਉਹ ਵੀ ਸਿੰਘ ਜਿਹੜੇ ਧੂਪੀਆ ਕੋਲ, ਉਹ ਵੀ ਸਿਮਰਨ ਹੀ ਕਰਦੇ ਰਹਿਣਾ ਹੈ 5 ਸਿੰਘਾਂ ਨੇ। ਇਸ ਤਰ੍ਹਾਂ 25 ਸਿੰਘ ਲਾ ਕੇ ਮਹਾਂਪੁਰਖਾਂ ਨੇ ਕਿਹਾ ਕਿ ਅਖੰਡ ਪਾਠ ਸਾਹਿਬ ਕਰਾ, ਗੁਰੂ ਨਾਨਕ ਦੇਵ ਜੀ ਕਿਰਪਾ ਕਰਨਗੇ, ਤੇਰਾ ਰੋਗ ਚੱਕਿਆ ਜਾਏਗਾ।
ਅਖੰਡ ਪਾਠ ਸਾਹਿਬ ਕਰਾਇਆ ਪਰ ਉਹਦਾ ਰੋਗ ਨਹੀਂ ਹਟਿਆ। ਮਹਾਂਪੁਰਖ ਕਹਿਣ ਲੱਗੇ, ਭਾਈ ਕਿਸੇ ਸਿੰਘ ਦੇ ਜੀਵਨ ਵਿੱਚ ਢਿਲਿਆਈ ਹੈ ਜਿਹੜਾ ਪੱਚੀਆਂ 'ਚ ਲੱਗੇ ਨੇ? ਕਹਿੰਦੇ ਜੀ ਨਹੀਂ, ਉਹ ਤਿਆਰ ਬਰ ਤਿਆਰ। ਮਹਾਂਪੁਰਖ ਕਹਿੰਦੇ ਨਹੀਂ। ਉਹਨੇ ਸ਼ੰਕਾ ਕੀਤੀ ਗੁਰਬਾਣੀ ਤੇ ਕਿ ਜੀ ਮਾਤਮ ਨਹੀਂ ਮਿਲਿਆ। ਮਹਾਂਪੁਰਖ ਕਹਿੰਦੇ ਨਹੀਂ, ਸਤਿਗੁਰਾਂ ਦੀ ਬਾਣੀ ਵਿੱਚ, ਸਤਿਗੁਰਾਂ ਵਿੱਚ, ਬਖਸ਼ਿਆਂ ਵਿੱਚ ਕੋਈ ਕਮੀ ਨਹੀਂ ਹੈ। ਸਾਡੇ ਵਿੱਚ ਕਮੀ ਹੋ ਸਕਦੀ ਹੈ, ਢੰਗ ਵਿੱਚ, ਮਰਿਆਦਾ ਵਿੱਚ ਕਮੀ ਕਿਸੇ ਨੇ ਲਿਆਂਦੀ ਹੈ। ਉਹ ਸਿੰਘ ਨੇ ਫੇਰ ਤਰਕ ਕੀਤੀ, ਕਹਿੰਦੇ ਤਰਕ ਨਾ ਕਰ, ਜਾ ਤੂੰ ਠੀਕ ਹੋ ਜਾਏਗਾ। ਉਹਦਾ ਰੋਗ ਆਪਣੇ ਉੱਤੇ ਲੈ ਲਿਆ ਸੀ। ਇਹ ਬਚਨ ਮੈਨੂੰ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਸ਼ ਸੱਚਖੰਡ ਵਾਸੀ ਉਹਨਾਂ ਨੇ ਖੁਦ ਦੱਸਿਆ ਸੀ। ਇਸ ਵਾਸਤੇ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਤੇ ਬਾਬਾ ਠਾਕੁਰ ਸਿੰਘ ਜੀ, ਜਿਵੇਂ ਬੱਚੇ ਨੂੰ ਮਾਂ ਸੰਭਾਲਦੀ ਨਾ, ਛੋਟੇ ਜਿਹੇ ਬੱਚੇ ਨੂੰ, ਉਹਦੀ ਸਾਰੀ ਕਿਰਿਆ, ਉਹਦੀ ਸਫਾਈ ਕਰਨੀ, ਇਸ ਤਰ੍ਹਾਂ ਮਹਾਂਪੁਰਖਾਂ ਦੀ ਆਪ ਜੀ ਨੇ ਸੇਵਾ ਕੀਤੀ ਹੈ। ਤੇ ਕਦੀ ਮਨ ਦੇ ਵਿੱਚ ਕੋਈ ਗਲਾਨੀ ਨਹੀਂ। ਜੋ ਵੀ ਹੁਕਮ ਕੀਤਾ ਉਹ ਸਿਰ ਮੱਥੇ ਮੰਨਿਆ। ਸਦਾ ਬਾਣੀ ਸੁਣਾਉਣੀ। 50 ਅੰਗ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਰੋਜ਼, 5 ਗ੍ਰੰਥੀ ਦਾ ਨਿਤਨੇਮ, ਸਹਿਸਕ੍ਰਿਤੀ ਬਾਣੀ, ਹੋਰ ਵੀ ਬੇਅੰਤ ਬਾਣੀ ਸੁਣਾਉਣੀ। ਕਥਾ ਦਾ ਨਾਲ ਪਾਠ ਵੀ ਕਰਾਉਣਾ ਆਪ ਜੀ ਨੇ। ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ ਵਿਸ਼ੇਸ਼ ਕਰਕੇ ਆਪ ਜੀ ਕਰਾਉਂਦੇ ਆ। ਤੇ ਇੱਕ ਵਾਰੀ ਦਾ ਗੁਰਮੁਖ ਦੱਸਦੇ ਨੇ ਕਿ 9 ਦਿਨ ਮਹਾਂਪੁਰਖਾਂ ਨੇ ਆਰਾਮ ਨਹੀਂ ਕਰਨ ਦਿੱਤਾ। ਇਸ ਤਰ੍ਹਾਂ ਉਹ ਸੇਵਾ ਸਿਮਰਨ ਕਰਾਉਂਦੇ ਹੁੰਦੇ ਸੀ। ਇਸ ਦੀ ਮਿਸਾਲ ਬਾਬਾ ਠਾਕੁਰ ਸਿੰਘ ਜੀ ਨੇ ਇੱਕ ਵਾਰੀ ਮੈਨੂੰ ਦੱਸਿਆ ਸੀ। ਕਹਿੰਦੇ ਮਹਾਂਪੁਰਖ 5 ਮਿੰਟ ਵੀ ਨਹੀਂ ਸੀ ਸੌਣ ਦਿੰਦੇ, ਨਾ ਦਿਨੇ ਨਾ ਰਾਤ ਨੂੰ। ਕਹਿੰਦੇ ਮੈਂ ਜਿਸ ਜਾ ਕੇ ਸੁੱਤਾ ਤੇ ਸਿੰਘ ਨੂੰ ਭੇਜਿਆ, ਕਹਿੰਦੇ ਜਾ ਬੁਲਾ ਕੇ ਲਿਆ ਤੇ ਕਿਹਾ ਕਿ ਜੇ ਇੱਥੇ ਸੌਣਾ ਆ ਜਾਂ ਭੱਜਾ ਇੱਥੋਂ। 1 ਸਾਲ ਲਗਾਤਾਰ ਕਹਿੰਦੇ ਇਸ ਤਰ੍ਹਾਂ ਸੇਵਾ ਲਈ। ਸਾਲ ਬਾਅਦ ਕਹਿਣ ਲੱਗੇ, ਠਾਕਰ ਸਿੰਘ ਮੈਂ ਸੋਚਿਆ ਸੀ ਤੂੰ ਭੱਜ ਜਾਏਗਾ, ਪਰ ਤੂੰ ਭੱਜਿਆ ਨਹੀਂ। ਪਰ ਕਹਿੰਦੇ ਨਾਲ ਹੀ ਸਤਿਗੁਰਾਂ ਦੀ ਕਿਰਪਾ ਜੋ ਬਖਸ਼ਿਸ਼ ਵਰਤਦੀ ਆ, ਗੁਰਸਿੱਖ ਦੇ ਹਿਰਦੇ ਵਿੱਚ ਜੋ ਗੁਰੂ ਸਰੂਪ ਬਣਾ ਦਿੰਦੇ ਨੇ, ਕਹਿੰਦੇ ਉਹ ਫਿਰ ਕਿਰਪਾ ਮਹਾਰਾਜ ਜੀ ਕੋ ਦਵਾ ਦਿੱਤੀ, ਜੋ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ, ਨਾਲ ਹੀ ਠੰਡ ਪਾ ਦਿੱਤੀ। ਕਹਿੰਦੇ ਸਾਲ ਬਾਅਦ ਹੋਰ ਸਿੰਘ ਨਾਲ ਲਾ ਲਿਆ। ਸੰਤ ਬਾਬਾ ਕਰਤਾਰ ਸਿੰਘ ਖਾਲਸਾ ਜੀ ਕੋਲੋਂ ਵੀ ਇਸੇ ਤਰ੍ਹਾਂ ਹੀ ਸੇਵਾ ਲਈ ਹੈ। 9 ਦਿਨ ਹੋ ਗਏ ਸੁੱਤੇ ਨਹੀਂ ਹਨ। ਸ੍ਰੀ ਹਰਿਮੰਦਰ ਸਾਹਿਬ ਜੀ ਅੰਮ੍ਰਿਤ ਸਰੋਵਰ ਦੇ ਵਿੱਚੋਂ ਜਲ ਲੈਣ ਵਾਸਤੇ ਗਏ ਨੇ। ਗੜਵਾ ਭਰਨ ਲੱਗੇ ਤੇ ਨੀਂਦ ਦੇ ਝੂਟੇ ਦੇ ਨਾਲ ਵਿੱਚੇ ਹੀ ਡਿੱਗ ਪਏ। ਮਹਾਂਪੁਰਖ ਇਸ਼ਨਾਨ ਕਰਕੇ ਬਾਹਰ ਖੜੇ ਸਨ। ਗੜਵਾ ਭਰਨ ਲੱਗੇ ਜਲ ਦਾ ਤੇ ਵਿੱਚੇ ਹੀ ਡਿੱਗ ਪਏ। ਤੇ ਸਿੰਘਾਂ ਨੂੰ ਕਹਿੰਦੇ ਛੇਤੀ ਛੇਤੀ ਕੱਢੋ, ਕਹਿੰਦੇ ਇਹਨਾਂ ਕੋਲੋਂ ਬਹੁਤ ਅਜੇ ਵੱਡੀਆਂ ਸੇਵਾ ਲੈਣੀਆਂ, ਕੱਢੋ ਇਹਨੂੰ ਛੇਤੀ ਨਾਲ। ਇਸ ਤਰੀਕੇ ਨਾਲ ਜਿਨ੍ਹਾਂ ਨੇ ਮਹਾਨ ਸੇਵਾ ਕੀਤੀ ਹੈ ਦਿਨ ਰਾਤ। ਫਿਰ ਸਮਾਂ ਆ ਗਿਆ ਸੇਵਾ ਕਰਦਿਆਂ ਹੋਇਆਂ ਕਈ ਪਰਖਾਂ ਪਈਆਂ। ਇੱਕ ਵਾਰੀ ਕਿਹਾ ਕਿ ਇੰਨੇ 1000 ਰੁਪਈਆ ਲਿਆ ਕੇ ਦੇ, ਮੈਨੂੰ ਚੇਤਾ ਭੁੱਲਦਾ, ਥੋੜ੍ਹਾ ਖਿਮਾ ਕਰ ਦੇਣੀ। ਕਿੰਨੇ 1000 ਮੰਗਿਆ ਸੀ। ਘਰ ਦੇ ਵਿੱਚ ਗਰੀਬੀ। ਮਹਾਂਪੁਰਖਾਂ ਤੋਂ ਭਰੋਸਾ ਹੈ ਗੁਰਮੁਖ ਗਿਆਨੀ ਸੁਖਦੇਵ ਸਿੰਘ ਜੀ ਇੱਥੇ ਬੈਠੇ, ਵਾਹਿਗੁਰੂ ਭਾਈ ਬਲਬੀਰ ਸਿੰਘ ਜੀ ਗੁਰਮੁਖ ਬੈਠੇ ਨੇ, ਉਹ ਵੀ ਰਹੇ ਨੇ, ਉਸੇ ਨਗਰ ਦੇ ਆ। ਉਹ ਇਲਾਕੇ ਵਿੱਚ ਕਲਰ ਬਹੁਤ ਹੁੰਦਾ ਸੀ ਪਹਿਲਾਂ। ਉਹਨਾਂ ਜ਼ਮਾਨਿਆਂ 'ਚ ਜ਼ਮੀਨਾਂ ਦੀਆਂ ਇੰਨੀਆਂ ਕੀਮਤਾਂ ਵੀ ਨਹੀਂ ਸਨ। ਘਰੋਂ ਗਹਿਣੇ ਵੇਚੇ, ਹੋਰ ਬੜਾ ਕੁਛ ਵੇਚਿਆ, ਪੈਸੇ ਪੂਰੇ ਨਾ ਹੋਏ। ਮਹਾਂਪੁਰਖਾਂ ਗੁਰਮੁਖਾਂ ਕੋਲ ਲੈ ਕੇ ਗਏ, ਹੱਥ 'ਚ ਨਹੀਂ ਫੜੇ। ਪੁੱਛਿਆ ਜਦੋਂ ਦੇਣ ਲੱਗੇ, ਜੀ ਆ ਮਾਇਆ, ਕਹਿੰਦੇ ਕਿੰਨੀ ਹੈ? ਤੇ ਮਹਾਂਪੁਰਖਾਂ ਨੇ ਕਿਹਾ ਕਿ 500 ਘੱਟ ਹੈ। ਸੰਤ ਬਾਬਾ ਕਰਤਾਰ ਸਿੰਘ ਕਹਿਣ ਲੱਗੇ, ਉਸੇ ਵੇਲੇ ਝਿੜਕ ਦਿੱਤਾ। ਕਹਿੰਦੇ ਮੈਂ ਤੇਰੇ ਪੈਸਿਆਂ ਦਾ ਭੁੱਖਾ? ਜੇ ਲਿਆਉਣੇ ਤੇ ਪੂਰੇ ਲਿਆ, ਨਹੀਂ ਤਾਂ ਚਲੇ ਜਾ। ਆਪਾਂ ਹੁੰਦੇ ਤੇ ਆਪਾਂ ਕਹਿਣਾ ਸਾਧ ਮਾਇਆ ਦਾ ਭੁੱਖਾ ਹੈ। ਫਿਰ ਮਦਦ ਕੀਤੀ। ਬਜ਼ੁਰਗ ਹੋਣ ਕਰਕੇ ਉਹਨਾਂ ਨੂੰ ਅਸੀਂ ਬਾਪੂ ਜੀ ਕਿਹਾ ਕਰਦੇ ਸਨ, ਧੀਰੇ ਪੱਤਰੇ ਵਾਲੇ। ਉਹਨਾਂ ਨੇ ਆਪਣਾ ਘੋੜਾ ਵੇਚਿਆ। ਘੋੜੇ ਦੀ ਜਗ੍ਹਾ ਆਪ ਜੂਲੇ ਵਿੱਚ ਇੱਕ ਪਾਸੇ ਬਲਦ, ਇੱਕ ਪਾਸੇ ਖੁਦ, ਇਸ ਤਰ੍ਹਾਂ ਹਲ ਵਾਹ ਕੇ ਤੇ ਪਿੱਛੋਂ ਸੁਪਤਨੀ ਉਹਨਾਂ ਦੀ ਨੇ, ਉਹ ਜੰਗੀ ਆਪਾਂ ਕਹਿੰਦੇ ਆ, ਡੰਡੀ ਫੜਿਆ ਕਰਨੀ, ਹਲਦੀ ਪਿੱਛੋਂ ਡੰਡੀ ਕਹਿ ਸਕਦੇ ਸੌਖੀ। ਜੰਗੀ ਫੜ ਕੇ ਬੀਬੀ ਵਿਚਾਰੀ ਨੇ ਹਲ ਸਿੱਧਾ ਚਲਾਉਣਾ। ਇੱਕ ਪਾਸੇ ਉਹ ਬਾਪੂ ਜੀ ਧੀਰੇ ਪੱਤਰੇ ਵਾਲੇ ਸਨ, ਬਜ਼ੁਰਗ ਜਗੀਰ ਸਿੰਘ ਉਹਨਾਂ ਦਾ ਨਾਮ ਸੀ। ਇੱਕ ਪਾਸੇ ਉਹਨਾਂ ਤੇ ਇੱਕ ਪਾਸੇ ਬਲਦ। ਇਸ ਤਰ੍ਹਾਂ ਉਹਨਾਂ ਖੇਤੀ ਬੀਜੀ ਸੀ। ਉਹਨਾਂ ਗੁਰਮੁਖਾਂ ਨੇ ਆਪਣਾ ਘੋੜਾ ਵੇਚ ਕੇ ਫਿਰੋਜ਼ਪੁਰ ਦੇ ਵਿੱਚ 500 ਰੁਪਈਆ ਦਿੱਤਾ। ਪੂਰੇ ਜਦੋਂ ਫਿਰ ਵੀ ਨਹੀਂ ਫੜੇ,
ਮਹਾਂਪੁਰਖ ਬਾਬਾ ਕਰਤਾਰ ਸਿੰਘ ਖਾਲਸਾ ਕਹਿਣ ਲੱਗੇ, ਮਹਾਂਪੁਰਸ਼ੋ ਪੂਰੇ ਨੇ। ਸਿੰਘਾਂ ਨੂੰ ਆਵਾਜ਼ ਮਾਰੀ, ਆਓ ਭਾਈ, ਕਿਸੇ ਨੂੰ ਕਸ਼ਾਰਾ ਚਾਹੀਦਾ ਹੋਵੇ, ਕਿਸੇ ਨੂੰ ਚੋਲਾ, ਕਿਸੇ ਨੂੰ ਹਜੂਰੀਆ, ਕਿਸੇ ਨੂੰ ਪੋਥੀ ਸਾਹਿਬ ਚਾਹੀਦੇ ਹੋਣ, ਕਿਸੇ ਨੂੰ ਰੇਲ ਚਾਹੀਦੀ ਹੋਵੇ ਜਿੱਤੇ ਪੋਥੀ ਸਾਹਿਬ ਪ੍ਰਕਾਸ਼ ਕਰੀਦੇ ਹੈ, ਜਿੰਨੀ ਜਿੰਨੀ ਮਾਇਆ ਕਿਸੇ ਨੂੰ ਚਾਹੀਦੀ ਹੈ। ਕਿਸੇ ਨੇ ਹਜੂਰ ਸਾਹਿਬ ਦਰਸ਼ਨਾਂ ਵਾਸਤੇ ਜਾਣਾ ਹੋਵੇ, ਨਿਯਮ ਸੀ ਉਹਨਾਂ ਦਾ, ਵਾਪਸ ਦਾ ਆਉਣ ਦਾ ਕਿਰਾਇਆ ਨਹੀਂ ਸੀ ਦਿੰਦੇ ਹੁੰਦੇ, ਜਾਣ ਦਾ ਦਿੰਦੇ ਹੁੰਦੇ। ਕਹਿੰਦੇ ਸੱਚਖੰਡ ਭੇਜ ਸਕਦੇ ਆ, ਸੱਚਖੰਡੋਂ ਆਉਣਾ ਕਿ ਨਹੀਂ ਆਉਣਾ ਤੁਹਾਡੀ ਮਰਜ਼ੀ ਹੈ। ਉੱਥੇ ਸਾਰੀ ਉਮਰ ਬਾਣੀ ਪੜ੍ਹੋ, ਸਿਮਰਨ ਭਜਨ ਕਰੋ, ਇਹ ਤੁਹਾਡੀ ਮੌਜ ਹੈ। ਆਉਣ ਦਾ ਕਿਰਾਇਆ ਨਹੀਂ ਅਸੀਂ ਦੇਣਾ, ਜਾਣ ਦਾ ਦਿਆ ਕਰਦੇ ਸੀ, ਉਹਨਾਂ ਦਾ ਨਿਯਮ ਸੀ ਇਹ। ਤੇ ਉਹਨਾਂ ਨੇ ਜਾਣ ਦਾ ਕਿਰਾਇਆ, ਜਿਹਨੂੰ ਜੋ ਕੁਛ ਚਾਹੀਦਾ ਸੀ ਪਟਨਾ ਸਾਹਿਬ ਜਾਣ ਵਾਸਤੇ, ਜਿਸ ਤਰ੍ਹਾਂ ਦੀ ਕਿਸੇ ਨੂੰ ਲੋੜ, ਮਾਇਆ ਦੇ ਕੇ ਜਿੰਨੇ ਵਧੇ, ਉਹ ਕਹਿੰਦੇ ਜਿਹੜੇ ਸਿੰਘ ਜਾਣ ਵਾਲੇ ਸਨ ਉਹਨਾਂ ਨੂੰ ਹਜੂਰ ਸਾਹਿਬ ਦੇ ਦਿੱਤੇ, ਕਿਸੇ ਨੂੰ ਪਟਨਾ ਸਾਹਿਬ ਜਾਣ ਵਾਲੇ ਨੂੰ ਦੇ ਦਿੱਤੇ ਕਿ ਉੱਥੇ ਦੇਖ ਕਰਾ ਦੀ। ਬਾਕੀ ਕਹਿੰਦੇ ਜਾ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜਾ ਕੇ ਦੇਖ ਕਰਾਇਆ। ਹੱਥ 'ਚ ਨਹੀਂ ਮਾਇਆ ਫੜੀ, ਪਰਖਿਆ। ਇਸੇ ਤਰ੍ਹਾਂ ਫਿਰ ਸਮਾਂ ਅੱਗੇ ਆਪਣੀ ਚਾਲ ਚੱਲਦਾ ਗਿਆ। ਇੱਕ ਵਾਰੀ ਇਹਨਾਂ ਦੇ ਆਉਣ ਤੋਂ ਪਹਿਲਾਂ ਜਦੋਂ ਗੁਰਮੁਖ ਜੀ ਬਿਮਾਰ ਹੋਏ, ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ, ਬਹੁਤ ਜ਼ਿਆਦਾ ਢਿੱਲਾ ਹੋ ਗਿਆ ਸਰੀਰ। ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਜੀ ਉਹਨਾਂ ਤੇ ਹੋਰ ਸਿੰਘਾਂ ਨੇ ਪੁੱਛਿਆ, ਜੀ ਅਗਲਾ ਮੁਖੀ ਕੌਣ ਹੈ? ਤੇ ਮਹਾਂਪੁਰਖ ਹੱਸ ਕੇ ਕਹਿਣ ਲੱਗੇ, ਜੇ ਕਾਲਜ ਪੜ੍ਹਦੇ ਨੇ, ਸਕੂਲ 'ਚ ਪੜ੍ਹਦਾ। ਫਿਰ ਜਦੋਂ ਜਥੇ ਵਿੱਚ ਆ ਗਏ ਸਨ, ਸਰੀਰ ਕਾਫੀ ਬਿਮਾਰ ਸੀ ਸਿੰਘਾਂ, ਉਹਨਾਂ ਨੇ ਫਿਰ ਪੁੱਛਿਆ ਦੁਬਾਰਾ, ਕਹਿੰਦੇ ਹੁਣ ਜਥੇ ਵਿੱਚ ਆ ਗਿਆ, ਹੁਣ ਇੱਥੇ ਗੁਰਮਤਿ ਵਿੱਦਿਆ ਪੜ੍ਹਦਾ, ਕਥਾ ਪੜ੍ਹਦਾ। ਨਾਂ ਨਹੀਂ ਦੱਸਿਆ। ਫਿਰ ਸਮਾਂ ਆਇਆ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅੰਮ੍ਰਿਤ ਸਰੂਪ ਪਾਵਨ ਗੁਰਬਾਣੀ ਵਿੱਚ ਮੰਗਲਾਚਰਨ ਬਦਲ ਦਿੱਤੇ। ਜਿਵੇਂ ਸਾਹਿਬਾਂ ਨੇ ਬਖਸ਼ਿਸ਼ ਕੀਤੀ ਸੀ, ਮੈਂ ਆਪ ਜੀ ਨੂੰ ਦ੍ਰਿਸ਼ਟਾਂਤ, ਜਿਹਨੂੰ ਆਪ ਜੀ ਐਗਜ਼ਾਮਪਲ ਕਹਿ ਦਿੰਦੇ ਹੋ, ਜਿਵੇਂ ਆਪਾਂ ਬਾਣੀ ਪੜ੍ਹਦੇ ਹਾਂ, ਗੌੜੀ ਸੁਖਮਨੀ ਮਹੱਲਾ ਪੰਜਵਾ, ਫਿਰ ਸ਼ਲੋਕ, ਉਸ ਤੋਂ ਬਾਅਦ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਸੁੱਧ ਸਰੂਪ ਹੈ। ਉਹਨਾਂ ਨੇ ਕੀ ਕੀਤਾ ਸੀ? ਇੱਕ ਓੰਕਾਰ ਸਤਿਗੁਰ ਪ੍ਰਸਾਦ, ਗੌੜੀ ਸੁਖਮਨੀ ਮਹੱਲਾ ਪੰਜਵਾ, ਸ਼ਲੋਕ ਆਦਿ ਗੁਰੇ ਨਮੈ। ਇਸ ਤਰ੍ਹਾਂ ਜਿਹੜੇ ਸ਼ਲੋਕਾਂ ਤੋਂ ਬਾਅਦ ਜਾਂ ਮਹੱਲੇ ਤੋਂ ਬਾਅਦ ਵਿੱਚ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਿੱਥੇ ਆਉਂਦਾ ਸੀ, ਇਹ ਸਾਰੇ ਸਰੂਪ ਦੇ ਵਿੱਚ ਬਦਲ ਦਿੱਤੇ, ਉੱਤੇ ਕਰ ਦਿੱਤੇ ਸੀ। ਤੇ ਉਹ ਦ੍ਰਿਸ਼ਟਾਂਤ ਇਹ ਦਿੰਦੇ ਸੀ ਵਿਦਵਾਨ, ਉਹ ਕਹਿੰਦੇ ਵੇਖੋ, ਕੋਈ ਵੀ ਜਦੋਂ ਲੇਖਕ ਲਿਖਦਾ ਹੈ, ਉਹ ਆਪਣੇ ਇਸ਼ਟ ਦੇਵ ਨੂੰ ਆਰਾਧਦਾ ਕਵਿਤਾ ਲਿਖਣ ਤੋਂ ਪਹਿਲਾਂ, ਇਸ ਵਾਸਤੇ ਮੰਗਲ ਉੱਤੇ ਹੋਣੇ ਚਾਹੀਦੇ ਸਿਰਲੇਖ ਤੋਂ ਪਹਿਲਾਂ। ਪਰ ਭਾਈ ਉਹ ਇਹ ਨਹੀਂ ਵਿਚਾਰੀ ਕਿ ਇਹ ਸਤਿਗੁਰਾਂ ਨੇ ਆਪਣੀ ਮੌਜ ਨਾਲ ਲਿਖੀ ਹੈ। ਦੂਸਰਾ, ਜਪਜੀ ਸਾਹਿਬ ਦੇ ਆਰੰਭ ਵਿੱਚ ਇੱਕ ਓੰਕਾਰ ਤੇ ਲਿਖਿਆ, ਇਹ ਤੇ ਸਤਿਗੁਰਾਂ ਦੀ ਮੌਜ ਹੈ। ਕਈ ਅਸਥਾਨਾਂ ਦੇ ਉੱਤੇ ਸ੍ਰੀ ਰਾਗ ਜਿਹੜੇ ਬਹੁਤ ਖਿਆਲ ਦੇ ਨਾਲ ਅੰਮ੍ਰਿਤ ਸਰੂਪ ਪਾਵਨ ਬਾਣੀ ਦਾ ਜਾਪ ਕਰਦੇ ਨੇ, ਸ੍ਰੀ ਰਾਗ ਦੇ ਵਿੱਚ ਪਹਿਲੇ ਸਤਿਗੁਰਾਂ ਦੀ ਬਾਣੀ ਦੀ ਸੰਪੂਰਨਤਾ ਤੋਂ ਬਾਅਦ ਤੀਸਰੇ ਪਾਤਸ਼ਾਹ ਦੀ ਆਰੰਭ ਹੋ ਜਾਂਦੀ, ਫਿਰ ਚੌਥੇ ਦੀ, ਫਿਰ ਪੰਜਵੇਂ ਦੀ। ਕਿਤੇ ਵੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਹੀਂ ਲਿਖਿਆ। ਸੁਭਾਵਕ ਹੀ ਇਹ ਤੇ ਮਹਾਰਾਜ ਜੀ ਦੀ ਮੌਜ ਹੈ। ਸਤਿਗੁਰੂ ਜੀ ਨੇ ਕਿਉਂ ਇਸ ਤਰ੍ਹਾਂ ਕੀਤਾ ਹੈ ਆਪਾਂ ਨਹੀਂ ਕਹਿ ਸਕਦੇ। ਉਹਨਾਂ ਨੇ ਮਨਮਰਜ਼ੀ ਕਰਕੇ ਜੋ ਪਾਵਨ ਸਰੂਪ ਸਾਹਿਬਾਂ ਨੇ ਲਿਖਵਾਏ ਨੇ, ਕਰਤਾਰਪੁਰ ਸਾਹਿਬ ਤੇ ਦਮਦਮਾ ਸਾਹਿਬ, ਇਹਨਾਂ ਨਾਲੋਂ ਫਰਕ ਪਾ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਾਂ ਦੂਸਰੇ ਮੰਗਲਾਚਰਨ ਜਿਹੜੇ ਸਾਰੇ ਸਿਰਲੇਖ ਤੋਂ ਉੱਪਰ ਕਰ ਦਿੱਤੇ। ਫਿਰ ਬਹੁਤਿਆਂ ਨੇ ਰਾਗਮਾਲਾ ਕੱਢੀ, ਕਈਆਂ ਨੇ ਸਵਈਏ ਕੱਢ ਦਿੱਤੇ। ਉਸ ਸਮੇਂ ਜਗਤ ਦੇ ਵਿੱਚ ਬਹੁਤ ਵੱਡਾ ਰੋਸ ਫੈਲਿਆ, ਬੜੇ ਵੱਡੇ ਫਿਰ ਸਮਾਗਮ ਹੋਏ, ਰਾੜਾ ਸਾਹਿਬ, ਹੋਰ ਵੀ ਅਸਥਾਨਾਂ ਤੇ। ਅਖੀਰਲਾ ਸਮਾਗਮ ਭਿੰਡਰ ਕਲਾਂ ਦੇ ਵਿੱਚ ਬਹੁਤ ਵੱਡਾ, ਉੱਥੇ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਕਿ ਤੁਸੀਂ ਇੱਕ ਟਕਸਾਲ ਦੇ ਮੁਖੀ ਹੋ, ਸਤਿਗੁਰੂ ਜੀ ਦੇ ਪਾਸੋਂ ਪੜ੍ਹੇ ਜੋ ਗੁਰਮੁਖ, ਉਹਨਾਂ ਤੋਂ ਗਾਂ ਸੀਨਾ ਬਸੀਨਾ ਆਪ ਜੀ ਨੇ ਵਿੱਦਿਆ ਪੜ੍ਹੀ ਹੈ, ਤੇ ਫਿਰ ਆਪ ਜੀ ਪੰਥ ਦੇ ਮਹਾਨ ਵਿਦਵਾਨ ਹੋ, ਤੁਸੀਂ ਇਹ ਸੇਵਾ ਕਰਾਓ। ਉਹਨਾਂ ਨੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੀ ਦੀ ਮੁੱਖ ਜ਼ਿੰਮੇਵਾਰੀ, ਨਾਲ ਸਹਾਇਕ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ। ਸੰਤ ਕਰਤਾਰ ਸਿੰਘ ਜੀ ਪ੍ਰੇਮੀ ਗੁਰਮੁਖ ਲੰਗੇਆਣੇ ਦੇ ਸਨ, ਬੜੇ ਨਾਮ ਅਭਿਆਸੀ ਸਨ, ਇਹਨਾਂ ਦੀ ਡਿਊਟੀ ਲਾਈ। ਤੇ ਫਿਰ ਸਮਾਂ ਇਹ ਵੀ ਆਇਆ 65 ਦੇ ਵਿੱਚ, 1965 ਦੀ ਇਹ ਘਟਨਾ ਹੈ, ਤੇ ਸੇਵਾ ਕਰ ਰਹੇ ਸੀ। ਇੱਕ ਮਾਤਾ ਜੀ ਨੇ ਸਾਰੇ ਸਿੰਘਾਂ ਨੂੰ ਯਾਤਰਾ ਕਰਾਉਣ ਵਾਸਤੇ ਬੇਨਤੀ ਕੀਤੀ ਕਿ ਬੱਸਾਂ ਤੇ ਲੈ ਕੇ ਜਾਣਾ ਹੈ। ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਜੀ ਨੂੰ ਮਹਾਂਪੁਰਖ ਕਹਿੰਦੇ ਕਿਤੇ ਵੀ ਨਹੀਂ ਜਾਣਾ। 65 ਦੀ ਜੰਗ ਵੀ ਹੋਈ, ਫਿਰ ਵੀ ਇਹ ਹੁਕਮ ਸੀ ਕਿ ਤੁਸੀਂ ਪਿੰਡ ਨਹੀਂ ਜਾਣਾ,
ਜਾਣਦੇ ਹਨ ਗੁਰਮੁਖ, ਬਿਲਕੁਲ ਬਾਰਡਰ ਦੇ ਉੱਤੇ ਪੈਂਦਾ ਪੂਰਾ ਕੋਨਾ। ਉਸ ਸਮੇਂ ਪਾਕਿਸਤਾਨ ਦੀ ਮਿਲਟਰੀ ਚੱਲਦੀ ਹੋਈ ਪੱਟੀ ਦੇ ਨੇੜੇ ਪਹੁੰਚ ਗਈ ਸੀ ਕਬਜ਼ਾ ਕਰਦੇ ਹੋਏ, ਪਰ ਮਹਾਂਪੁਰਖ ਡਿਊਟੀ ਛੱਡ ਕੇ, ਸੇਵਾ ਲੱਗੀ ਹੋਈ ਛੱਡ ਕੇ ਪਰਿਵਾਰ ਕੋਲ ਨਹੀਂ ਸੀ ਗਏ। ਐਸੀ ਨਿਸਕਾਮਤਾ, ਤਿਆਗ, ਪ੍ਰੇਮ ਭਾਵਨਾ, ਗੁਰਮੁਖਾਂ ਦੇ ਹੁਕਮ ਵਿੱਚ ਰਹਿ ਕੇ ਆਪ ਜੀ ਨੇ ਸੇਵਾ ਕੀਤੀ। ਤੇ ਮਹਾਂਪੁਰਖ ਖੁਦ ਖਾਲਸਾ ਜੀਵਨ 'ਚ ਲਿਖਦੇ ਆ ਕਿ ਇਸੇ ਸੇਵਾ ਤੋਂ ਪ੍ਰਸੰਨ ਹੋ ਕੇ ਆਤਮਿਕ ਗਿਆਨ ਦੀਆਂ, ਬ੍ਰਹਮ ਗਿਆਨ ਦੀਆਂ ਤੇ ਹੋਰ ਜਿਹੜੀਆਂ ਦਾਤਾਂ ਨੇ, ਟਕਸਾਲ ਦੀ ਸੇਵਾ, ਇਹ ਮਹਾਂਪੁਰਖਾਂ ਨੇ ਸਤਿਗੁਰਾਂ ਦੇ ਪਾਸੋਂ ਬਖਸ਼ਾਂ ਕਰਾਈਆਂ ਨੇ। ਇਸ ਤਰ੍ਹਾਂ ਹੋਰ ਦਾਸ ਦਾ ਸਵੇਰ ਦਾ ਸਮਾਂ, ਸ਼ਾਮ ਦਾ ਜੋ ਵੀ ਹੈ, ਉਹਦੇ ਵਿੱਚ ਮੈਂ ਅਗਲਾ ਇਤਿਹਾਸ ਆਪ ਜੀ ਨੂੰ ਲੜੀਵਾਰ ਹੀ ਸਾਰਾ ਸੁਣਾਵਾਂਗਾ, ਕਿਉਂਕਿ ਗੁਰਮੁਖ ਵਿੱਚੋਂ ਸੁਣਾਉਂਦੇ, ਇਸ ਵਾਸਤੇ ਮੈਂ ਸੋਚਿਆ ਕਿ ਆਪ ਜੀ ਨੂੰ ਲੜੀਵਾਰ ਸਾਰਾ ਮੈਂ ਇਤਿਹਾਸ ਸੁਣਾਵਾਂਗਾ। ਇਸ ਤੋਂ ਅਗਾਂਹ ਕਿਸ ਤਰ੍ਹਾਂ ਮਹਾਂਪੁਰਖਾਂ ਨੇ ਬਖਸ਼ਾਂ ਦੇ ਹੋਰ ਵੀ ਬਚਨ ਕੀਤੇ, ਉਹ ਮੈਂ ਆਪ ਜੀ ਨਾਲ ਸਾਂਝਾ ਕਰਾਂਗਾ ਬਾਅਦ ਦੇ ਵਿੱਚ। ਦਾਸ ਪਾਸੋਂ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ, ਉਹਨਾਂ ਦੀ ਮਹਿਮਾ, ਉਹਨਾਂ ਦੀ ਵਡਿਆਈ, ਜੋ ਉਹਨਾਂ ਦੇ ਪਾਸੋਂ ਸੇਵਾ, ਅੰਦਰ ਬਾਹਰ ਦੀ ਸਾਰੀ ਗੁਪਤ, ਜਿਸ ਤਰ੍ਹਾਂ ਦੀ ਮਨ ਦੀ ਬਨਾਵਟ ਬਣਦੀ ਹੈ। ਇੱਕ ਤੁੱਛ ਵਿਕਾਰੀ ਜੀਵ ਕੀ ਕਹਿ ਸਕਦਾ ਹੈ? ਬ੍ਰਹਮ ਗਿਆਨੀ ਕੀ ਗਾਤ ਬ੍ਰਹਮ ਗਿਆਨੀ ਜਾਣੈ। ਪਰਮਾਤਮਾ ਦੇ ਦਰੋਂ ਘਰੋਂ ਵਰਸਾਏ ਹੋਇਆਂ ਅੰਦਰ ਦੀ ਅਵਸਥਾ ਉਹ ਹੀ ਜਾਣ ਸਕਦੇ ਨੇ। ਦਾਸ ਪਾਸੋਂ ਸਤਿਗੁਰਾਂ ਦੀ ਮਹਿਮਾ ਵਡਿਆਈ ਜੋ ਗੁਰਮੁਖਾਂ ਦੇ ਹਿਰਦੇ ਵਿੱਚ ਬਖਸ਼ਿਸ਼ ਕਰਦੇ ਨੇ, ਆਪ ਜੀ ਨੂੰ ਬੇਨਤੀਆਂ ਕਰਦੇ ਹਾਂ, ਬੇਅੰਤ ਭੁੱਲਾਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੇ ਵਾਸਤੇ ਸਮੱਤ ਬਖਸ਼ਣੀ। ਸਮੂਹ ਸੰਗਤਾਂ ਗੁਰਮੁਖਾਂ ਗੁਰਸਿੱਖਾਂ ਦਾ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਰੋਮ ਰੋਮ ਕਰਕੇ ਧੰਨਵਾਦ। ਹੋਈਆਂ ਭੁੱਲਾਂ ਦੀ ਮਾਫੀ ਬਖਸ਼ਦੇ ਹੋਏ ਪਿਆਰ ਨਾਲ ਗੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।